ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਐਗਜ਼ਾਮ ਸਟੱਡੀ 'ਤੇ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਦਿੱਲੀ ਸਲਤਨਤ 'ਤੇ ਰਾਜ ਕਰਨ ਵਾਲੇ 5 ਰਾਜਵੰਸ਼ ਹੋਏ ਸਨ, ਜਿਨ੍ਹਾਂ ਵਿੱਚੋਂ ਪਹਿਲਾ ਰਾਜਵੰਸ਼ ਦਸਵੰਸ਼ ਸੀ, ਜਿਸ ਬਾਰੇ ਆਪਾਂ ਜਾਣਕਾਰੀ ਹਾਸਿਲ ਕਰ ਚੁੱਕੇ ਹਾਂ। ਹੁਣ ਆਪਾਂ ਦਿੱਲੀ ਸਲਤਨਤ ਦੇ ਦੂਸਰੇ ਰਾਜਵੰਸ਼ ਖਿਲਜੀ ਵੰਸ਼ ਬਾਰੇ ਜਾਣਾਂਗੇ। ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ। ਖਿਲਜੀ ਵੰਸ਼ ਸੰਸਥਾਪਕ ਮਲਿਕ ਫਿਰੋਜ਼, ਪੂਰਾ ਨਾਮ ਜਲਾਲੁਦੀਨ ਫਿਰੋਜ਼ ਖਿਲਜੀ। ਖਿਲਜੀ ਵੰਸ਼ ਦੀ ਸਥਾਪਨਾ ਮਲਿਕ ਫਿਰੋਜ਼ ਨੇ ਕੀਤੀ ਸੀ। ਮਲਿਕ ਫਿਰੋਜ਼ ਨੂੰ ਭਾਰਤੀ ਇਤਿਹਾਸ ਵਿੱਚ ਜਲਾਲੁਦੀਨ ਫਿਰੋਜ਼ ਖਿਲਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਸਮੇਂ ਜਲਾਲੁਦੀਨ ਖਿਲਜੀ ਖਿਲਜੀ ਵੰਸ਼ ਦਾ ਸੁਲਤਾਨ ਬਣਿਆ, ਉਸ ਦੀ ਉਮਰ ਲਗਭਗ 70 ਸਾਲ ਦੀ ਸੀ। ਹੁਣ ਆਪਾਂ ਦੇਖਾਂਗੇ ਕਿ ਜਲਾਲੁਦੀਨ ਖਿਲਜੀ ਸੁਲਤਾਨ ਬਣਨ ਤੋਂ ਪਹਿਲਾਂ ਕੀ ਕੰਮ ਕਰਦਾ ਸੀ। ਸੁਲਤਾਨ ਬਣਨ ਤੋਂ ਪਹਿਲਾਂ ਜਲਾਲੁਦੀਨ ਖਿਲਜੀ ਸੁਲਤਾਨ ਬਣਨ ਤੋਂ ਪਹਿਲਾਂ ਦਸਵੰਸ਼ ਦੇ ਸੁਲਤਾਨ ਕੇਕੂਬਾ ਦਾ ਮੁੱਖ ਸੈਨਾਪਤੀ ਸੀ ਅਤੇ ਬਾਰਨ ਪ੍ਰਦੇਸ਼ ਦਾ ਗਵਰਨਰ ਵੀ ਰਿਹਾ ਸੀ। ਹੁਣ ਆਪਾਂ ਦੇਖਾਂਗੇ ਕਿ ਜਲਾਲੁਦੀਨ ਫਿਰੋਜ਼ ਖਿਲਜੀ ਨੇ ਸ਼ਾਸਕ ਬਣਨ ਤੋਂ ਬਾਅਦ ਆਪਣਾ ਰਾਜ ਤਿਲਕ ਕਿੱਥੇ ਕਰਵਾਇਆ। ਜਲਾਲੁਦੀਨ ਫਿਰੋਜ਼ ਸ਼ਾਹ ਖਿਲਜੀ ਨੇ ਆਪਣਾ ਰਾਜ ਤਿਲਕ ਕਿਲ੍ਹੇਖੋਰੀ ਸਥਾਨ 'ਤੇ ਕਰਾਇਆ, ਜਿਸ ਨੂੰ ਕਿਲ੍ਹਾਗੜ੍ਹੀ ਵੀ ਕਹਿੰਦੇ ਹਨ, ਅਤੇ ਕਿਲ੍ਹਾਖੋਰੀ ਜਾਂ ਕਿਲ੍ਹਾਗੜ੍ਹੀ ਦਾ ਨਿਰਮਾਣ ਕੇਕੂਬਾਦ ਦਸਵੰਸ਼ ਦੇ ਅੰਤਿਮ ਸ਼ਾਸਕ ਨੇ ਕਰਵਾਇਆ ਸੀ। ਵਿਚਾਰ। ਹੁਣ ਆਪਾਂ ਦੇਖਦੇ ਹਾਂ ਕਿ ਜਲਾਲੁਦੀਨ ਫਿਰੋਜ਼ ਖਿਲਜੀ ਕਿਹੋ ਜਿਹੇ ਵਿਚਾਰ ਰੱਖਦਾ ਸੀ। ਜਲਾਲੁਦੀਨ ਫਿਰੋਜ਼ ਖਿਲਜੀ ਉਦਾਰਵਾਦੀ ਵਿਚਾਰਾਂ ਦਾ ਸ਼ਾਸਕ ਸੀ ਅਤੇ ਉਹ ਮੰਨਦਾ ਸੀ ਕਿ ਰਾਜ ਜਨਤਾ ਦੀ ਇੱਛਾ 'ਤੇ ਆਧਾਰਿਤ ਹੁੰਦਾ ਹੈ। ਜਲਾਲੁਦੀਨ ਫਿਰੋਜ਼ ਖਿਲਜੀ ਦੇ ਸ਼ਾਸਨ ਕਾਲ ਦੇ ਦੌਰਾਨ ਮਾਨਿਕਪੁਰ ਅਤੇ ਕੜਾ ਦਾ ਸੂਬੇਦਾਰ ਮਲਿਕ ਛੱਜੂ ਨੂੰ ਬਣਾਇਆ ਗਿਆ, ਪਰ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ ਅਤੇ ਨਵਾਂ ਸੂਬੇਦਾਰ ਅਲਾਉਦੀਨ ਖਿਲਜੀ ਨੂੰ ਬਣਾ ਦਿੱਤਾ ਗਿਆ। ਹੁਣ ਆਪਾਂ ਜਾਣਦੇ ਹਾਂ ਕਿ ਜਲਾਲੁਦੀਨ ਫਿਰੋਜ਼ ਖਿਲਜੀ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ। ਜਲਾਲੁਦੀਨ ਫਿਰੋਜ਼ ਖਿਲਜੀ ਨੇ ਆਪਣੀ ਰਾਜਧਾਨੀ ਕਿਲ੍ਹੇਖੋਰੀ ਨੂੰ ਬਣਾਇਆ। ਵਿਭਾਗ। ਹੁਣ ਆਪਾਂ ਦੇਖਾਂਗੇ ਕਿ ਜਲਾਲੁਦੀਨ ਫਿਰੋਜ਼ ਖਿਲਜੀ ਨੇ ਕਿਸ ਵਿਭਾਗ ਦੀ ਸਥਾਪਨਾ ਕਰਵਾਈ। ਵਿਭਾਗ। ਜਲਾਲੁਦੀਨ ਫਿਰੋਜ਼ ਸ਼ਾਹ ਖਿਲਜੀ ਨੇ ਦੀਵਾਨੇ ਵਕੂਫ ਨਾਮ ਦੇ ਵਿਭਾਗ ਦੀ ਸਥਾਪਨਾ ਕੀਤੀ, ਜਿਸ ਦਾ ਅਰਥ ਸੀ ਖਰਚ ਦੀ ਦੇਖਭਾਲ ਕਰਨ ਵਾਲਾ। ਹੁਣ ਆਪਾਂ ਜਾਣਦੇ ਹਾਂ ਕਿ ਜਲਾਲੁਦੀਨ ਫਿਰੋਜ਼ ਖਿਲਜੀ ਦੀ ਹੱਤਿਆ ਕਿਸ ਨੇ ਅਤੇ ਕਦੋਂ ਕਰਵਾਈ। ਅਲਾਉਦੀਨ ਖਿਲਜੀ ਨੇ ਜਲਾਲੁਦੀਨ ਫਿਰੋਜ਼ ਸ਼ਾਹ ਖਿਲਜੀ ਦੀ ਹੱਤਿਆ ਕੜਾ ਨਾਮਕ ਸਥਾਨ 'ਤੇ 1296 ਵਿੱਚ ਕਰ ਦਿੱਤੀ ਸੀ। ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਖਿਲਜੀ ਵੰਸ਼ ਦਾ ਜਲਾਲੁਦੀਨ ਫਿਰੋਜ਼ ਖਿਲਜੀ ਤੋਂ ਬਾਅਦ ਸ਼ਾਸਕ ਬਣਿਆ ਸੀ। ਅਲਾਉਦੀਨ ਖਿਲਜੀ। ਪਿਤਾ। ਅਲਾਉਦੀਨ ਖਿਲਜੀ ਦੇ ਪਿਤਾ ਦਾ ਨਾਮ ਸ਼ਹਾਬੂਦੀਨ ਸੀ। ਮੂਲ ਨਾਮ। ਅਲਾਉਦੀਨ ਖਿਲਜੀ ਦਾ ਮੂਲ ਨਾਮ ਅਲੀ ਗੁਰਸ਼ਸ਼ਪ ਸੀ। ਅਲਾਉਦੀਨ ਖਿਲਜੀ ਦਾ ਇੱਕ ਮਿੱਤਰ ਸੀ ਅਲਾਉਦੀਨ ਮਲਿਕ, ਜੋ ਹਮੇਸ਼ਾ ਅਲਾਉਦੀਨ ਖਿਲਜੀ ਨੂੰ ਹਰ ਚੀਜ਼ ਦੀ ਸਲਾਹ ਦਿਆ ਕਰਦਾ ਸੀ। ਪ੍ਰਮੁੱਖ ਸੈਨਾਪਤੀ। ਅਲਾਉਦੀਨ ਦਾ ਸੈਨਾ ਵਿੱਚ ਇੱਕ ਪ੍ਰਮੁੱਖ ਸੈਨਾਪਤੀ ਸੀ, ਜਿਸ ਦਾ ਨਾਮ ਜਾਫਰ ਖਾਨ ਸੀ, ਜੋ ਮੰਗੋਲਾਂ ਦੇ ਹਮਲੇ ਸਮੇਂ ਮਾਰਿਆ ਗਿਆ ਸੀ। ਹੁਣ ਆਪਾਂ ਦੇਖਾਂਗੇ ਕਿ ਅਲਾਉਦੀਨ ਖਿਲਜੀ ਨੇ ਕਿਵੇਂ ਦਿੱਲੀ ਸਲਤਨਤ ਦਾ ਰਾਜ ਹਾਸਿਲ ਕੀਤਾ ਅਤੇ ਕਿਵੇਂ ਖਿਲਜੀ ਵੰਸ਼ ਦਾ ਅਗਲਾ ਸੰਸਥਾਪਕ ਬਣਿਆ। ਅਲਾਉਦੀਨ ਖਿਲਜੀ ਨੇ 1296 ਵਿੱਚ ਆਪਣੇ ਚਾਚੇ ਜਲਾਲੁਦੀਨ ਖਿਲਜੀ ਦੀ ਹੱਤਿਆ ਕਰ ਦਿੱਤੀ ਅਤੇ ਆਪ ਅਗਲਾ ਸ਼ਾਸਕ ਬਣ ਗਿਆ। ਅਲਾਉਦੀਨ ਖਿਲਜੀ ਜਲਾਲੁਦੀਨ ਦਾ ਪ੍ਰਮੁੱਖ ਸੈਨਾਪਤੀ ਹੋਣ ਦੇ ਨਾਲ ਨਾਲ ਜਮਾਈ ਵੀ ਸੀ। ਹੁਣ ਆਪਾਂ ਦੇਖਾਂਗੇ ਕਿ ਅਲਾਉਦੀਨ ਖਿਲਜੀ ਨੇ ਕਿਹੜੀਆਂ ਲੜਾਈਆਂ ਲੜੀਆਂ ਅਤੇ ਕਿਹੜੀ ਲੜਾਈ ਵਿੱਚ ਉਸਨੇ ਕਿਸ ਤਰ੍ਹਾਂ ਆਪਣੀ ਸੈਨਾ ਦਾ ਪ੍ਰਦਰਸ਼ਨ ਦਿਖਾਉਂਦੇ ਹੋਏ ਜਿੱਤ ਪ੍ਰਾਪਤ ਕੀਤੀ। ਅਲਾਉਦੀਨ ਖਿਲਜੀ ਦਿੱਲੀ ਸਲਤਨਤ ਦਾ ਪਹਿਲਾ ਸੁਲਤਾਨ ਸੀ, ਜਿਸ ਨੇ ਆਪਣੇ 20 ਸਾਲਾਂ ਦੇ ਰਾਜਕਾਲ ਵਿੱਚ ਨਾ ਸਿਰਫ ਆਪਣੇ ਸਾਮਰਾਜ ਨੂੰ ਅੰਦਰੂਨੀ ਤੇ ਬਾਹਰੀ ਹਮਲਿਆਂ ਤੋਂ ਬਚਾਇਆ, ਸਗੋਂ ਦੱਖਣੀ ਭਾਰਤ ਵਿੱਚ ਵੀ ਦਿੱਲੀ ਸਲਤਨਤ ਦਾ ਵਿਸਥਾਰ ਕੀਤਾ। ਅਲਾਉਦੀਨ ਖਿਲਜੀ ਦਿੱਲੀ ਸਲਤਨਤ ਦਾ ਦੱਖਣੀ ਭਾਰਤ ਵਿੱਚ ਵਿਸਥਾਰ ਕਰਨ ਵਾਲਾ ਪਹਿਲਾ ਸੁਲਤਾਨ ਸੀ। ਹੁਣ ਆਪਾਂ ਅਲਾਉਦੀਨ ਖਿਲਜੀ ਦੀਆਂ ਉੱਤਰੀ ਭਾਰਤ 'ਤੇ ਪ੍ਰਾਪਤ ਕੀਤੀਆਂ ਹੋਈਆਂ ਜਿੱਤਾਂ ਬਾਰੇ ਇੱਕ ਇੱਕ ਕਰਕੇ ਜਾਣਕਾਰੀ ਹਾਸਿਲ ਕਰਾਂਗੇ। ਫਸਟ, ਉੱਤਰੀ ਭਾਰਤ ਦੀ ਪਹਿਲੀ ਜਿੱਤ ਗੁਜਰਾਤ ਦੀ ਜਿੱਤ ਹੈ, ਜੋ 1297 ਵਿੱਚ ਲੜੀ ਗਈ ਸੀ। ਅਲਾਉਦੀਨ ਖਿਲਜੀ ਨੇ ਗੁਜਰਾਤ 'ਤੇ ਹਮਲਾ ਕੀਤਾ, ਜੋ ਇੱਕ ਖੁਸ਼ਹਾਲ ਅਤੇ ਉਪਜਾਊ ਪ੍ਰਦੇਸ਼ ਹੈ, ਜਿਸ ਦੀ ਰਾਜਧਾਨੀ ਅਹਿਲਵਾੜਾ ਸੀ। ਇੱਥੋਂ ਦਾ ਸ਼ਾਸਕ ਕਰਨਦੇਵ ਸੀ। ਅਲਾਉਦੀਨ ਖਿਲਜੀ ਨੇ ਆਪਣੇ ਸੈਨਾਪਤੀਆਂ ਉਲਗ ਖਾਂ ਅਤੇ ਨੁਸਰਤ ਖਾਂ ਦੀ ਅਗਵਾਈ ਹੇਠ ਗੁਜਰਾਤ 'ਤੇ ਮੁਹਿੰਮ ਭੇਜੀ ਸੀ। ਅਲਾਉਦੀਨ ਖਿਲਜੀ ਨੇ ਅਹਿਲਵਾੜਾ 'ਤੇ ਅਧਿਕਾਰ ਕਰਨ ਤੋਂ ਬਾਅਦ ਸੋਮਨਾਥ ਦੇ ਮੰਦਿਰ ਦੀ ਖੂਬ ਲੁੱਟਮਾਰ ਕੀਤੀ, ਕਿਉਂਕਿ ਗੁਜਰਾਤ ਦੇ ਰਾਜਾ ਕਰਨਦੇਵ ਵਿੱਚ ਦੁਸ਼ਮਣ ਦੀ ਫੌਜ ਦਾ ਸਾਹਮਣਾ ਕਰਨ ਦਾ ਸਾਹਸ ਨਹੀਂ ਸੀ। ਇਸ ਲਈ ਉਹ ਆਪਣੀ ਰਾਜਧਾਨੀ ਛੱਡ ਕੇ ਆਪਣੀ ਪੁੱਤਰ ਦੇਵਲ ਦੇਵੀ ਨੂੰ ਨਾਲ ਲੈ ਕੇ ਦੱਖਣ ਵੱਲ ਚਲਾ ਗਿਆ ਅਤੇ ਦੱਖਣ ਵਿੱਚ ਦੇਵਗਿਰੀ ਦੇ ਰਾਜਾ ਰਾਮਚੰਦਰ ਕੋਲ ਸ਼ਰਨ ਲੈ ਲਈ। ਅਲਾਉਦੀਨ ਨੇ ਕਰਨਦੇਵ ਦੀ ਪਤਨੀ ਕਮਲਾ ਦੇਵੀ ਨਾਲ ਵਿਆਹ ਕਰਵਾਇਆ
ਅਤੇ ਗੁਜਰਾਤ ਦੀਆਂ 2 ਮੁੱਖ ਬੰਦਰਗਾਹਾਂ ਬੜੌਚ ਅਤੇ ਖੰਭਾਤ 'ਤੇ ਕਬਜ਼ਾ ਕਰ ਲਿਆ। ਦਾਸਾਂ ਦੀ ਮੰਡੀ ਗੁਜਰਾਤ ਜਿੱਤ ਸਮੇਂ ਨੁਸਰਤ ਖਾਂ ਖੰਭਾਤ ਦੀ ਬੰਦਰਗਾਹ ਤੋਂ ਮਲਿਕ ਕਫੂਰ ਨਾਮੀ ਇੱਕ ਸੁੰਦਰ ਨਿਪੁੰਸਕ ਨੂੰ 1000 ਦਿਨਾਰ ਬਦਲੇ ਖਰੀਦਿਆ ਸੀ, ਜੋ ਬਾਅਦ ਵਿੱਚ 1000 ਦਿਨਾਰੀ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ ਅਤੇ ਅਲਾਉਦੀਨ ਨੇ ਮਲਿਕ ਕਫੂਰ ਨੂੰ ਆਪਣਾ ਵਜ਼ੀਰ ਬਣਾ ਲਿਆ ਅਤੇ ਮਲਿਕ ਕਫੂਰ ਨੇ ਦੱਖਣ ਦੀ ਨੀਤੀ ਵਿੱਚ ਮੁੱਖ ਸੈਨਾਪਤੀ ਬਣ ਕੇ ਗਿਆ ਅਤੇ ਅਲਾਉਦੀਨ ਖਿਲਜੀ ਦੀ ਦੱਖਣ ਦੀ ਜਿੱਤਾਂ ਵਿੱਚ ਬਹੁਤ ਸਹਾਇਤਾ ਕੀਤੀ। ਇਸ ਤਰ੍ਹਾਂ ਆਪਾਂ ਨੇ ਦੇਖਿਆ ਕਿ ਅਲਾਉਦੀਨ ਖਿਲਜੀ ਨੇ ਕਿਵੇਂ ਗੁਜਰਾਤ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਕਿਵੇਂ ਮਲਿਕ ਕਫੂਰ 1000 ਦਿਨਾਰੀ ਦੇ ਨਾਮ ਨਾਲ ਪ੍ਰਸਿੱਧ ਹੋਇਆ। ਰਣਬੰਦੋਰ ਦੀ ਜਿੱਤ। ਹੁਣ ਆਪਾਂ ਦੇਖਾਂਗੇ ਕਿ ਅਲਾਉਦੀਨ ਖਿਲਜੀ ਨੇ ਕਿਵੇਂ ਰਣਬੰਦੋਰ ਦੇ ਕਿਲ੍ਹੇ ਨੂੰ ਜਿੱਤਿਆ ਅਤੇ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ। ਰਣਬੰਦੋਰ ਦੀ ਜਿੱਤ 1299 ਤੋਂ 1301 ਦੇ ਵਿਚਕਾਰ। ਅਲਾਉਦੀਨ ਨੇ 1299 ਵਿੱਚ ਮੁੱਖ ਸੈਨਾਪਤੀ ਉਗਲ ਖਾਂ ਅਤੇ ਨੁਸਰਤ ਖਾਂ ਦੇ ਅਧੀਨ ਰਣਬੰਦੋਰ ਦੇ ਕਿਲ੍ਹੇ 'ਤੇ ਹਮਲਾ ਕੀਤਾ। ਰਣਬੰਦੋਰ ਦਾ ਸ਼ਾਸਕ ਉਸ ਸਮੇਂ ਹਾਮੀਰ ਦੇਵ ਸੀ। ਹਾਮੀਰ ਦੇਵ ਬਹੁਤ ਬਹਾਦਰ ਸੀ। ਹਾਮੀਰ ਦੇਵ ਨੇ ਕਿਲ੍ਹੇ ਦੇ ਅੰਦਰੋਂ ਹੀ ਫੌਜ ਦਾ ਮੁਕਾਬਲਾ ਜਾਰੀ ਰੱਖਿਆ ਅਤੇ ਨੁਸਰਤ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਲਗ ਖਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਭਜਾ ਦਿੱਤਾ। ਨੁਸਰਤ ਖਾਂ ਦੀ ਮੌਤ ਅਤੇ ਆਪਣੀ ਸੈਨਾ ਦੀ ਹਾਰ ਸੁਣ ਕੇ ਅਲਾਉਦੀਨ ਖਿਲਜੀ ਨੇ ਦੁਬਾਰਾ ਫਿਰ ਰਣਬੰਦੋਰ 'ਤੇ ਹਮਲਾ ਕੀਤਾ। ਇਸ ਹਮਲੇ ਦੌਰਾਨ 11 ਮਹੀਨਿਆਂ ਤੱਕ ਹੋਈ ਲੜਾਈ ਤੋਂ ਬਾਅਦ 1301 ਵਿੱਚ ਰਣਬੰਦੋਰ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਅਤੇ ਰਣਬੰਦੋਰ ਦੇ ਸ਼ਾਸਕ ਹਾਮੀਰ ਦੇਵ ਅਤੇ ਉਸਦੇ ਪਰਿਵਾਰ ਨੂੰ ਸਦਾ ਲਈ ਮੌਤ ਦੀ ਨੀਂਦ ਸੁਲਾ ਦਿੱਤਾ। ਇਸ ਵਿੱਚ ਆਪਾਂ ਨੇ ਦੇਖਿਆ ਕਿ ਕਿਵੇਂ ਅਲਾਉਦੀਨ ਖਿਲਜੀ ਨੇ ਰਣਬੰਦੋਰ ਦੇ ਕਿਲ੍ਹੇ 'ਤੇ ਅਧਿਕਾਰ ਕੀਤਾ ਅਤੇ ਰਣਬੰਦੋਰ ਦੇ ਕਿਲ੍ਹੇ ਨੂੰ ਆਪਣੇ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ। ਚਿੱਤੌੜ ਅਤੇ ਮੇਵਾੜ ਦੀ ਜਿੱਤ। ਹੁਣ ਆਪਾਂ ਦੇਖਾਂਗੇ ਕਿ ਕਿਵੇਂ ਅਲਾਉਦੀਨ ਖਿਲਜੀ ਨੇ ਚਿੱਤੌੜ ਜਾਂ ਮੇਵਾੜ ਦੀ ਜਿੱਤ ਪ੍ਰਾਪਤ ਕੀਤੀ। ਚਿੱਤੌੜ ਮੇਵਾੜ ਰਾਜ ਦੇ ਅੰਦਰ ਇੱਕ ਸ਼ਕਤੀਸ਼ਾਲੀ ਕਿਲ੍ਹਾ ਸੀ। ਇੱਥੋਂ ਦਾ ਰਾਜਾ ਰਤਨ ਸਿੰਘ ਸੀ। ਇਸ ਦੀ ਪਤਨੀ ਰਾਣੀ ਪਦਮਨੀ ਇੱਕ ਸੁੰਦਰ ਔਰਤ ਸੀ ਅਤੇ ਅਲਾਉਦੀਨ ਖਿਲਜੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਜਿਸ ਕਰਕੇ ਉਸਨੇ ਰਤਨ ਸਿੰਘ ਨੂੰ ਕੈਦ ਕਰ ਲਿਆ ਅਤੇ ਰਾਣੀ ਨੂੰ ਕਿਹਾ ਕਿ ਜੇਕਰ ਉਹ ਉਸਦੇ ਮਹਿਲ ਵਿੱਚ ਆਉਣਾ ਸਵੀਕਾਰ ਕਰ ਲਵੇ ਤਾਂ ਉਹ ਉਸਦੇ ਪਤੀ ਨੂੰ ਛੱਡ ਦੇਵੇਗਾ। ਰਾਣੀ ਪਦਮਨੀ ਨੇ ਇੱਕ ਚਾਲ ਚੱਲੀ ਅਤੇ ਸੁਲਤਾਨ ਨੂੰ ਸੁਨੇਹਾ ਭੇਜਿਆ ਕਿ ਉਹ ਆਪਣੀ ਦਾਸੀਆਂ ਨਾਲ ਸੁਲਤਾਨ ਦੇ ਮਹਿਲ ਵਿੱਚ ਆ ਰਹੀ ਹੈ। ਇਸ ਤਰ੍ਹਾਂ 700 ਰਾਜਪੂਤ ਸੈਨਿਕ ਦਾਸੀਆਂ ਦੇ ਪੇਸ਼ ਵਿੱਚ ਸੁਲਤਾਨ ਅਲਾਉਦੀਨ ਖਿਲਜੀ ਕੋਲ ਉਸਦੇ ਮਹਿਲ ਅੰਦਰ ਚਲੇ ਗਏ ਅਤੇ ਰਾਜਾ ਰਤਨ ਸਿੰਘ ਨੂੰ ਛੁਡਾ ਕੇ ਲੈ ਆਏ। ਇਸ ਘਟਨਾ ਤੋਂ ਅਲਾਉਦੀਨ ਬਹੁਤ ਕ੍ਰੋਧਿਤ ਹੋ ਗਿਆ ਅਤੇ ਉਸਨੇ ਰਾਜਪੂਤਾਂ 'ਤੇ ਹਮਲਾ ਕਰ ਦਿੱਤਾ। ਰਾਜਪੂਤ ਫੌਜ ਦੀ ਅਗਵਾਈ 2 ਸੈਨਾਪਤੀ ਗੋਰਾ ਅਤੇ ਬਾਦਲ ਨੇ ਕੀਤੀ। ਰਾਜਪੂਤਾਂ ਨੇ ਅਲਾਉਦੀਨ ਖਿਲਜੀ ਦੀ ਫੌਜ ਦੀ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਪਰ ਹਾਰ ਗਏ। ਗੋਰਾ ਅਤੇ ਬਾਦਲ ਰਾਜਪੂਤ ਸੈਨਾਪਤੀ ਲੜਾਈ ਵਿੱਚ ਮਾਰੇ ਗਏ ਅਤੇ ਰਾਣੀ ਪਦਮਨੀ ਨੇ ਸੈਂਕੜੇ ਹੋਰ ਰਾਜਪੂਤ ਇਸਤਰੀਆਂ ਨੇ ਆਪਣੀ ਅਣਖ ਦੀ ਰੱਖਿਆ ਕਰਦੇ ਹੋਏ ਜੌਹਰ ਦੀ ਪ੍ਰਥਾ ਅਪਣਾਈ। ਇਹ ਰਾਜਸਥਾਨ ਦਾ ਸਭ ਤੋਂ ਵੱਡਾ ਜੌਹਰ ਸੀ। ਅਲਾਉਦੀਨ ਨੇ ਮੇਵਾੜ ਦਾ ਸ਼ਾਸਕ ਆਪਣੇ ਪੁੱਤਰ ਖਿਜ਼ਰ ਖਾਂ ਨੂੰ ਬਣਾ ਦਿੱਤਾ ਅਤੇ ਇਸ ਦਾ ਨਵਾਂ ਨਾਮ ਬਦਲ ਕੇ ਖਿਜ਼ਰਾ ਰੱਖ ਦਿੱਤਾ। ਮਾਲਵਾ ਦੀ ਜਿੱਤ। ਅਲਾਉਦੀਨ ਨੇ 1305 ਵਿੱਚ ਮਾਲਵਾ ਦੇ ਸ਼ਾਸਕ ਰਾਏ ਮਹਿਲਕ ਦੇਵ ਨੂੰ ਹਰਾ ਕੇ ਮਾਲਵਾ ਦੀ ਜਿੱਤ ਪ੍ਰਾਪਤ ਕੀਤੀ ਅਤੇ ਜਲਦੀ ਹੀ ਮਾਡੂ, ਉਜੈਨ, ਦਾਰਾ ਅਤੇ ਚੰਦੇਰੀ ਦੇ ਖੇਤਰਾਂ 'ਤੇ ਅਧਿਕਾਰ ਕਰ ਲਿਆ। ਇਹਨਾਂ ਦੋਵਾਂ ਸ਼ਾਸਕ ਭਰਾਵਾਂ ਵਿੱਚ ਰਾਜਗੱਦੀ ਲਈ ਝਗੜਾ ਚੱਲ ਰਿਹਾ ਸੀ ਤਾਂ ਮਲਿਕ ਕਫੂਰ ਨੇ ਫਾਇਦਾ ਉਠਾਉਂਦੇ ਹੋਏ ਸੁੰਦਰ ਪਾਂਡਿਆ ਨਾਲ ਗੱਠਜੋੜ ਕਰ ਲਿਆ ਅਤੇ ਉਸ ਦੀ ਸਹਾਇਤਾ ਨਾਲ ਮਥੁਰਾ 'ਤੇ ਹਮਲਾ ਕੀਤਾ। ਵੀਰ ਪਾਂਡਿਆ ਹਾਰ ਗਿਆ ਅਤੇ ਮਲਿਕ ਕਫੂਰ ਨੇ ਮਥੁਰਾ 'ਤੇ ਅਧਿਕਾਰ ਕਰਕੇ ਸੁੰਦਰ ਪਾਂਡਿਆ ਨੂੰ ਨਾਮਾਤਰ ਸ਼ਾਸਕ ਬਣਾ ਦਿੱਤਾ। ਮਥੁਰਾ ਤੋਂ ਅੱਗੇ ਕਫੂਰ ਦੱਖਣ ਵਿੱਚ ਤਾਮਿਲਨਾਡੂ ਦੇ ਅੰਦਰ ਰਾਮੇਸ਼ਵਰ ਤੱਕ ਚਲਾ ਗਿਆ, ਜਿੱਥੇ ਉਸਨੇ ਮਥੁਰਾ ਜਿੱਤ ਦੀ ਯਾਦ ਵਿੱਚ ਇੱਕ ਮਸਜਿਦ ਦਾ ਨਿਰਮਾਣ ਕਰਵਾਇਆ। ਦੇਵਗਿਰੀ ਦੀ ਜਿੱਤ 1313 ਵਿੱਚ। 1306 ਤੋਂ 1312 ਦੇਵਗਿਰੀ ਦਾ ਸ਼ਾਸਕ ਰਾਮਚੰਦਰ ਅਲਾਉਦੀਨ ਦੀ ਅਧੀਨਤਾ ਵਿੱਚ ਰਹਿ ਕੇ ਹਰ ਸਾਲ ਨਿਸ਼ਚਿਤ ਸਾਲਾਨਾ ਧਨ ਰਾਸ਼ੀ ਦਿੰਦਾ ਸੀ, ਪਰੰਤੂ 1312 ਵਿੱਚ ਰਾਮਚੰਦਰ ਦੀ ਮੌਤ ਹੋ ਜਾਣ ਕਾਰਨ ਉਸਦਾ ਪੁੱਤਰ ਸ਼ੰਕਰਦੇਵ ਰਾਜਗੱਦੀ 'ਤੇ ਬੈਠਾ। ਸ਼ੰਕਰਦੇਵ ਨੇ ਕਰ ਦੇਣਾ ਬੰਦ ਕਰ ਦਿੱਤਾ। ਅਲਾਉਦੀਨ ਨੇ ਮਲਿਕ ਕਫੂਰ ਦੇ ਅਧੀਨ ਫੌਜ ਭੇਜੀ, ਜਿਸ ਵਿੱਚ ਸ਼ੰਕਰਦੇਵ ਮਾਰਿਆ ਗਿਆ ਤੇ ਦੇਵਗਿਰੀ ਨੂੰ ਦਿੱਲੀ ਸਲਤਨਤ ਵਿੱਚ ਮਿਲਾ ਲਿਆ ਗਿਆ। ਮਲਿਕ ਕਫੂਰ ਨੂੰ 1000 ਦਿਨਾਰੀ ਵੀ ਕਿਹਾ ਜਾਂਦਾ ਸੀ। ਅਲਾਉਦੀਨ ਦੀ ਦੱਖਣ ਦੀ ਨੀਤੀ। ਪਹਿਲਾਂ ਆਪਾਂ ਨੇ ਅਲਾਉਦੀਨ ਦੀ ਉੱਤਰ ਦੀ ਨੀਤੀ ਬਾਰੇ ਦੇਖਿਆ, ਉਸੇ ਤਰ੍ਹਾਂ ਹੁਣ ਆਪਾਂ ਅਲਾਉਦੀਨ ਦੀ ਦੱਖਣ ਨੀਤੀ ਬਾਰੇ ਪੜ੍ਹਾਂਗੇ। ਬਾਰਗਲ ਦੀ ਜਿੱਤ। ਇਸ ਜਿੱਤ ਵਿੱਚ ਮਲਿਕ ਕਫੂਰ ਨੇ ਅਲਾਉਦੀਨ ਖਿਲਜੀ ਨੂੰ ਕੋਹਿਨੂਰ ਹੀਰਾ ਲਿਆ ਕੇ ਦਿੱਤਾ ਸੀ। ਅਲਾਉਦੀਨ ਨੇ ਆਪਣੀ ਦੱਖਣੀ ਨੀਤੀ ਦੇ ਅਨੁਸਾਰ ਦੱਖਣੀ ਭਾਰਤ ਦੇ ਰਾਜਾਂ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਮਜਬੂਰ ਕੀਤਾ, ਪਰੰਤੂ ਉਸਨੇ ਦੱਖਣ ਦੇ ਪ੍ਰਦੇਸ਼ਾਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਨਾ ਕੀਤਾ। ਅਲਾਉਦੀਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਦੱਖਣ ਦੇ ਦੂਰ ਦੇ ਪ੍ਰਦੇਸ਼ਾਂ ਉੱਤੇ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੈ। ਅਲਾਉਦੀਨ ਦੇ ਦੱਖਣੀ ਹਮਲਿਆਂ ਦਾ ਵਾਸਤਵਿਕ ਉਦੇਸ਼ ਆਰਥਿਕ ਸੀ, ਕਿਉਂਕਿ ਖਿਲਜੀ ਨੂੰ ਆਪਣੇ ਸਾਮਰਾਜ ਨੂੰ ਦ੍ਰਿੜ ਕਰਨ ਲਈ ਬਹੁਤ ਧਨ ਦੀ ਜ਼ਰੂਰਤ ਸੀ।
ਉਸਨੇ ਮਲਿਕ ਕਫੂਰ ਨੂੰ ਦੱਖਣੀ ਰਾਜਾਂ ਤੋਂ ਸੋਨੇ, ਚਾਂਦੀ, ਹੀਰੇ ਜਵਾਹਰਾਤ ਅਤੇ ਹਾਥੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਵਾਰ-ਵਾਰ ਹਮਲਾ ਕਰਨ ਦੀ ਆਗਿਆ ਦਿੱਤੀ। ਹਰ ਇੱਕ ਹਮਲੇ ਤੋਂ ਬਾਅਦ ਮਲਿਕ ਕਫੂਰ ਅਪਾਰ ਧਨ ਦੌਲਤ ਦੇ ਨਾਲ ਰਾਜਧਾਨੀ ਦਿੱਲੀ ਨੂੰ ਵਾਪਸ ਮੁੜਿਆ। ਵਾਸਤਵਿਕ ਗੱਲ ਇਹ ਹੈ ਕਿ ਮਲਿਕ ਕਾਫੂਰ ਦੇ ਦੱਖਣ ਦੇ ਹਮਲਿਆਂ ਦੇ ਉਦੇਸ਼ ਉਹੀ ਸਨ ਜੋ ਉੱਤਰੀ ਭਾਰਤ ਦੇ ਹਮਲਿਆਂ ਵਿੱਚ ਮਹਿਮੂਦ ਗਜ਼ਨਵੀ ਦੇ ਸਨ। ਮੰਗੋਲਾਂ ਤੋਂ ਰੱਖਿਆ। ਹੁਣ ਆਪਾਂ ਅਲਾਉਦੀਨ ਦੁਆਰਾ ਮੰਗੋਲਾਂ ਦੇ ਖਿਲਾਫ ਅਪਣਾਈ ਗਈ ਨੀਤੀ ਬਾਰੇ ਦੇਖਾਂਗੇ। ਮੰਗੋਲਾਂ ਨੇ ਦਿੱਲੀ ਸਲਤਨਤ ਦੇ ਉੱਤਰ ਪੱਛਮ 'ਤੇ ਕਈ ਹਮਲੇ ਕੀਤੇ, ਪਰੰਤੂ ਖਿਲਜੀ ਸੁਲਤਾਨ ਦੇ ਦੌਰਾਨ ਦਿੱਲੀ ਸਲਤਨਤ 'ਤੇ ਕਦੇ ਮੰਗੋਲਾਂ ਦਾ ਹਮਲਾ ਨਹੀਂ ਹੋਇਆ ਅਤੇ ਉਸਦੇ ਸਾਮਰਾਜ ਨੂੰ ਸੁਰੱਖਿਅਤ ਰੱਖਿਆ। ਮੰਗੋਲਾਂ ਨੂੰ ਹਰਾਉਣ ਵਿੱਚ ਅਲਾਉਦੀਨ ਤੋਂ ਇਲਾਵਾ ਉਲਗ ਖਾਂ, ਜ਼ਫਰ ਖਾਂ, ਗਾਜੀ ਤੁਗਲਕ ਵਰਗੇ ਸੈਨਾਪਤੀਆਂ ਨੇ ਹਿੱਸਾ ਲਿਆ। ਗਾਜੀ ਤੁਗਲਕ ਮੰਗੋਲਾਂ ਨੂੰ ਕੰਟਰੋਲ ਕਰਨ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ। ਜਿਸ ਤਰ੍ਹਾਂ ਆਪਾਂ ਨੇ ਅਲਾਉਦੀਨ ਖਿਲਜੀ ਦੀਆਂ ਲੜਾਈਆਂ ਬਾਰੇ ਪੂਰਾ ਡਿਟੇਲ ਵਿੱਚ ਪੜ੍ਹਿਆ, ਉਸੇ ਤਰ੍ਹਾਂ ਆਪਾਂ ਅਲਾਉਦੀਨ ਦੇ ਕੰਮਾਂ ਬਾਰੇ ਜਾਣਕਾਰੀ ਹਾਸਿਲ ਕਰਦੇ ਹਾਂ। ਅਲਾਉਦੀਨ ਖਿਲਜੀ ਦਾ ਸਭ ਤੋਂ ਪਹਿਲਾ ਕੰਮ, ਅਲਾਉਦੀਨ ਖਿਲਜੀ ਦਿੱਲੀ ਸਲਤਨਤ ਦਾ ਉਹ ਪਹਿਲਾ ਮੁਸਲਿਮ ਸੁਲਤਾਨ ਸੀ ਜਿਸ ਨੇ ਸਰਦਾਰਾਂ ਅਤੇ ਮੁਸਲਿਮ ਧਾਰਮਿਕ ਵਰਗ ਨੂੰ ਰਾਜਨੀਤਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਣ ਦਿੱਤਾ। ਅਲਾਉਦੀਨ ਖਿਲਜੀ ਨੇ ਮੁਸਲਿਮ ਸਰਦਾਰਾਂ ਅਤੇ ਧਾਰਮਿਕ ਆਗੂਆਂ ਦੁਆਰਾ ਪੈਦਾ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ 4 ਫਰਮਾਨ ਜਾਂ ਆਦੇਸ਼ ਜਾਰੀ ਕੀਤੇ। ਫਸਟ, ਧਾਰਮਿਕ ਦਾਨ ਅਤੇ ਜਾਗੀਰਾਂ ਦੇਣ ਦੀ ਮਨਾਹੀ ਕਰ ਦਿੱਤੀ। ਰਾਜ ਵੱਲੋਂ ਦਿੱਤੀਆਂ ਗਈਆਂ ਜਾਗੀਰਾਂ ਵਾਪਸ ਲੈ ਲਈਆਂ ਗਈਆਂ, ਜਿਸ ਨੂੰ ਖਾਲਸਾ ਭੂਮੀ ਕਹਿੰਦੇ ਸਨ। ਨੰਬਰ 2, ਸੈਨਿਕ ਤੇ ਜਾਸੂਸੀ ਪ੍ਰਬੰਧ ਵਿੱਚ ਸੁਧਾਰ ਕੀਤੇ। ਨੰਬਰ 3, ਸ਼ਰਾਬ ਪੀਣ ਤੇ ਵੈਸ਼ਵਾਪਨ 'ਤੇ ਰੋਕ ਲਗਾ ਦਿੱਤੀ ਗਈ। ਨੰਬਰ 4, ਮੁਸਲਮਾਨ ਸਰਦਾਰ ਸਮਾਜਿਕ ਇਕੱਠ ਨਹੀਂ ਕਰਨਗੇ ਅਤੇ ਅੰਤਰਜਾਤੀ ਵਿਆਹ ਵੀ ਨਹੀਂ ਕਰਨਗੇ। ਪ੍ਰਥਾਵਾਂ। ਹੁਣ ਆਪਾਂ ਅਲਾਉਦੀਨ ਖਿਲਜੀ ਦੁਆਰਾ ਚਲਾਈਆਂ ਗਈਆਂ ਪ੍ਰਥਾਵਾਂ ਬਾਰੇ ਜਾਣਕਾਰੀ ਹਾਸਿਲ ਕਰਦੇ ਹਾਂ। ਦਾਗ ਤੋਂ ਭਾਵ ਘੋੜਿਆਂ ਨੂੰ ਦਾਗਿਆ ਜਾਂਦਾ ਸੀ। ਚਿਹਰਾ ਭਾਵ ਸੈਨਿਕਾਂ ਨੂੰ ਵੱਖਰੀ ਦਿੱਖ ਪ੍ਰਦਾਨ ਕੀਤੀ ਜਾਂਦੀ ਸੀ। ਅਲਾਉਦੀਨ ਨੇ ਵੱਖ-ਵੱਖ ਵਸਤੂਆਂ ਦੀ ਮੰਡੀਆਂ ਦਾ ਉਚਿਤ ਪ੍ਰਬੰਧ ਕੀਤਾ ਅਤੇ ਅਨਾਜ ਦੀ ਘਾਟ ਹੋ ਜਾਣ ਦੇ ਸਮੇਂ ਰਾਸ਼ਨ ਪ੍ਰਣਾਲੀ ਸ਼ੁਰੂ ਕੀਤੀ। ਦੁਕਾਨਦਾਰਾਂ ਉੱਤੇ ਕਰੜੀ ਨਿਗਰਾਨੀ ਰੱਖੀ ਗਈ ਤਾਂ ਜੋ ਉਹ ਵੱਧ ਕੀਮਤ ਨਾ ਲੈ ਸਕਣ ਅਤੇ ਨਾ ਹੀ ਘੱਟ ਤੋਲ ਸਕਣ। ਅਲਾਉਦੀਨ ਨੇ ਮੰਡੀ ਦੀਆਂ ਸਾਰੀਆਂ ਵਸਤਾਂ ਦੀ ਕੀਮਤ ਨਿਸ਼ਚਿਤ ਕਰ ਦਿੱਤੀ। ਅਲਾਉਦੀਨ ਨੇ ਆਪਣੇ ਸਾਮਰਾਜ ਦੀ ਸਮੁੱਚੀ ਭੂਮੀ ਦੀ ਮਿਣਤੀ ਕਰਵਾਈ ਅਤੇ ਉਸ ਭੂਮੀ ਵਿੱਚ ਗਜ਼ ਅਤੇ ਬਿਸਵੇ ਦਾ ਭਾਗ ਨਿਸ਼ਚਿਤ ਕਰ ਦਿੱਤਾ ਗਿਆ। ਲਗਾਨ ਇਕੱਠਾ ਕਰਨ ਦੇ ਲਈ ਵਿਸ਼ੇਸ਼ ਉਹਦ ਮੁਸਤਖਰਾਜ ਦੀ ਸਥਾਪਨਾ ਕੀਤੀ। ਮੰਡੀ ਵਿਵਸਥਾ। ਇਸ ਉਦੇਸ਼ ਦੀ ਪੂਰਤੀ ਲਈ ਦਿੱਲੀ ਵਿੱਚ 3 ਬਾਜ਼ਾਰਾਂ ਦੀ ਸਥਾਪਨਾ ਕੀਤੀ ਗਈ। ਖਾਣ ਵਾਲੇ ਅਨਾਜਾਂ ਦਾ ਬਾਜ਼ਾਰ, ਕੀਮਤੀ ਕੱਪੜੇ ਦਾ ਬਾਜ਼ਾਰ, ਗੁੜ, ਦਾਸ ਅਤੇ ਪਸ਼ੂਆਂ ਦਾ ਬਾਜ਼ਾਰ। ਹਰੇਕ ਬਾਜ਼ਾਰ ਦਾ ਮੁੱਖ ਅਧਿਕਾਰੀ ਸਾਹਾਨਾ ਹੁੰਦਾ ਸੀ। ਸਾਹਾਨਾ ਤੋਂ ਬਿਨਾਂ ਬਾਜ਼ਾਰ ਦੇ ਵੱਖ-ਵੱਖ ਵਸਤਾਂ ਦੀਆਂ ਕੀਮਤਾਂ 'ਤੇ ਨਿਗਰਾਨੀ ਰੱਖਣ ਲਈ ਹੋਰ ਅਧਿਕਾਰੀ ਲਾ ਦਿੱਤੇ ਗਏ। ਅਧਿਕਾਰੀ ਦੀਵਾਨ-ਏ-ਰਿਆਸਤ। ਇਸ ਦਾ ਪ੍ਰਧਾਨ ਨਾਜ਼ਿਰ ਜਾਕੂਬ ਹੁੰਦਾ ਸੀ। ਸ਼ਾਹਾਨਾ-ਏ ਮੰਡੀ। ਇਸ ਦਾ ਪ੍ਰਧਾਨ ਮਲਿਕ ਕਫੂਰ ਹੁੰਦਾ ਸੀ। ਖੁੱਲ੍ਹੇ ਬਾਜ਼ਾਰ ਨੂੰ ਸ਼ਾਹਾਨਾ-ਏ-ਆਦਿਲ ਕਿਹਾ ਜਾਂਦਾ ਸੀ। ਅਲਾਉਦੀਨ ਨੇ ਖਰੀਦਣ ਅਤੇ ਵੇਚਣ ਲਈ ਸਾਰੀਆਂ ਵਸਤਾਂ ਨੂੰ ਇੱਕ ਖੁੱਲ੍ਹੇ ਬਾਜ਼ਾਰ ਵਿੱਚ ਲਿਆਉਣਾ ਲਾਜ਼ਮੀ ਕੀਤਾ। ਉਸ ਖੁੱਲ੍ਹੇ ਬਾਜ਼ਾਰ ਨੂੰ ਸਾਰਾ-ਏ-ਆਦਿਲ ਕਿਹਾ ਜਾਂਦਾ ਸੀ। ਇਸ ਲਈ ਪਰਮਿਟ ਜਾਰੀ ਕੀਤੇ ਗਏ ਜਿਸ ਨੂੰ ਪਰਵਾਨਾ ਨਵੀਸ ਕਿਹਾ ਜਾਂਦਾ ਸੀ। ਸੈਨਿਕਾਂ ਨੂੰ ਨਗਦ ਵੇਤਨ ਵੀ ਦਿੱਤਾ ਜਾਂਦਾ ਸੀ। ਹੁਣ ਆਪਾਂ ਅਲਾਉਦੀਨ ਖਿਲਜੀ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਦੇਖਾਂਗੇ ਕਿ ਅਲਾਉਦੀਨ ਦੇ ਸ਼ਾਸਕ ਬਣਨ ਤੋਂ ਬਾਅਦ ਅਲਾਉਦੀਨ ਨੇ ਕਿਹੜੀਆਂ-ਕਿਹੜੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ। ਅਲਾਉਦੀਨ ਨੇ ਇਲਾਹੀ ਦਰਵਾਜ਼ਾ ਦਾ ਨਿਰਮਾਣ ਕਰਵਾਇਆ। ਗੁਜਰਾਤ ਦੀ ਜਿੱਤ ਦੀ ਖੁਸ਼ੀ ਵਿੱਚ ਅਲਾਉਦੀਨ ਖਿਲਜੀ ਨੇ ਇਲਾਹੀ ਦਰਵਾਜ਼ੇ ਦਾ ਨਿਰਮਾਣ ਕਰਵਾਇਆ। ਇਹ ਤੁਰਕੀ ਕਲਾ ਦਾ ਸਭ ਤੋਂ ਸ੍ਰੇਸ਼ਟ ਨਮੂਨਾ ਹੈ। ਇਸ ਨੂੰ ਕੁਤਬ ਮੀਨਾਰ ਦਾ ਐਂਟਰੈਂਸ ਗੇਟ ਵੀ ਕਿਹਾ ਜਾਂਦਾ ਹੈ। ਅਲਾਉਦੀਨ ਖਿਲਜੀ ਨੇ ਹੌਜ ਖਾਨ ਦਿੱਲੀ ਵਿੱਚ ਬਣਵਾਇਆ। ਅਲਾਉਦੀਨ ਨੇ ਜਾਮਾ ਮਸਜਿਦ ਦਾ ਨਿਰਮਾਣ ਕਰਵਾਇਆ। ਸੀਰੀ ਦਾ ਕਿਲ੍ਹਾ, ਇਸ ਨੂੰ ਦਿੱਲੀ ਵਿੱਚ ਇੱਕ ਨਗਰ ਵੀ ਕਿਹਾ ਜਾਂਦਾ ਹੈ, ਇਸ ਦਾ ਨਿਰਮਾਣ ਵੀ ਅਲਾਉਦੀਨ ਖਿਲਜੀ ਨੇ ਕਰਵਾਇਆ। ਹਜ਼ਾਰ ਸੂਤਨ, ਇਸ ਨੂੰ 1000 ਸਤੰਭਾਂ ਵਾਲਾ ਮਹਿਲ ਕਿਹਾ ਜਾਂਦਾ ਹੈ, ਇਸ ਦਾ ਨਿਰਮਾਣ ਵੀ ਅਲਾਉਦੀਨ ਖਿਲਜੀ ਦੁਆਰਾ ਕਰਵਾਇਆ ਗਿਆ। ਹੁਣ ਆਪਾਂ ਅਲਾਉਦੀਨ ਖਿਲਜੀ ਦੁਆਰਾ ਧਾਰਨ ਕੀਤੀਆਂ ਗਈਆਂ ਉਪਾਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਅਲਾਉਦੀਨ ਖਿਲਜੀ ਨੇ ਸਭ ਤੋਂ ਪਹਿਲਾਂ ਅਲੀ ਗੁਰਬਖਸ਼ ਨਾਮ ਦੀ ਉਪਾਧੀ ਧਾਰਨ ਕੀਤੀ। ਫਿਰ ਸਿਕੰਦਰ ਟੂ, ਕਿਉਂਕਿ ਅਲਾਉਦੀਨ ਖਿਲਜੀ ਨੂੰ ਭਾਰਤ ਦਾ ਸਿਕੰਦਰ ਕਹਿੰਦੇ ਸਨ। ਇਸ ਦੀ ਤੁਲਨਾ ਅਲਾਉਦੀਨ ਦੀ ਤੁਲਨਾ ਜਰਮਨ ਬਿਸਰਾਮ ਨਾਲ ਵੀ ਕੀਤੀ ਗਈ ਹੈ। ਅਲਾਉਦੀਨ ਖਿਲਜੀ ਨੇ ਸਿਕੰਦਰ ਸਾਨੀ ਦੀ ਉਪਾਧੀ ਧਾਰਨ ਕੀਤੀ ਅਤੇ ਅਲਾਉਦੀਨ ਖਿਲਜੀ ਨੇ ਨਾਸਿਰ ਆਮਿਰ ਉਲ ਮੋਮਿਨ ਨਾਮ ਦੀ ਵੀ ਉਪਾਧੀ ਧਾਰਨ ਕੀਤੀ ਸੀ। ਹੁਣ ਆਪਾਂ ਅਲਾਉਦੀਨ ਖਿਲਜੀ ਦੇ ਦਰਬਾਰ ਵਿੱਚ ਰਹਿਣ ਵਾਲੇ ਵਿਦਵਾਨਾਂ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਅਲਾਉਦੀਨ ਦੇ ਦਰਬਾਰ ਵਿੱਚ ਸਭ ਤੋਂ ਮਹਾਨ ਕਵੀ ਅਮੀਰ ਖੁਸਰੋ ਰਿਹਾ ਕਰਦਾ ਸੀ, ਜਿਸ ਦੀ ਰਚਨਾ ਤਾਰੀਖ-ਏ ਇਲਾਹੀ ਅਤੇ ਆਸਿਕਾ ਹੈ।
ਅਮੀਰ ਖੁਸਰੋ ਤੋਂ ਇਲਾਵਾ ਅਲਾਊਦੀਨ ਦੇ ਦਰਬਾਰ ਦੇ ਵਿੱਚ ਅਮੀਰ ਹਸਨ ਦਹਿਲਵੀ ਨਾਮ ਦਾ ਪ੍ਰਸਿੱਧ ਵਿਦਵਾਨ ਅਤੇ ਕਵੀ ਰਿਹਾ ਕਰਦਾ ਸੀ। ਅਲਾਊਦੀਨ ਤੋਂ ਪਹਿਲਾਂ ਦੇ ਵਿਮਾਗ ਹੁਣ ਆਪਾਂ ਦੇਖਾਂਗੇ ਕਿ ਅਲਾਊਦੀਨ ਦੇ ਸ਼ਾਸਕ ਬਣਨ ਤੋਂ ਪਹਿਲਾਂ ਕਿਹੜੇ ਕਿਹੜੇ ਵਿਮਾਗ ਚੱਲਦੇ ਸਨ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਦੀਵਾਨੇ ਵਿਜ਼ਾਰਤ ਹੈ। ਦੀਵਾਨੇ ਵਿਜ਼ਾਰਤ ਪੈਸੇ ਨਾਲ ਸੰਬੰਧਿਤ ਸੀ। ਦੀਵਾਨੇ ਆਰਿਜ਼ ਸੈਨਾ ਨਾਲ ਸੰਬੰਧਿਤ ਸੀ। ਹੁਣ ਆਪਾਂ ਅਲਾਊਦੀਨ ਦੁਆਰਾ ਚਲਾਏ ਗਏ ਵਿਭਾਗਾਂ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਅਲਾਊਦੀਨ ਨੇ ਦੀਵਾਨੇ ਈਸਾ ਨਾਮ ਦਾ ਵਿਭਾਗ ਚਲਾਇਆ। ਦੀਵਾਨੇ ਰਸਾਲਤ ਅਤੇ ਦੀਵਾਨੇ ਰਿਆਸਤ ਨਾਮ ਦਾ ਵੀ ਵਿਭਾਗ ਚਲਾਇਆ। ਅਲਾਊਦੀਨ ਨੇ 2 ਤਰ੍ਹਾਂ ਦੇ ਕਰ ਚਲਾਏ, ਚਰੀ ਕਰ ਮਕਾਨ ਕਰ, ਰਿਹਾਇਸ਼ ਵਾਲੀਆਂ ਚੀਜ਼ਾਂ 'ਤੇ ਕਰ ਲਗਾਇਆ ਜਾਂਦਾ ਸੀ। ਚਰਾਹੀ ਕਰ ਦੁਧਾਰੂ ਪਸ਼ੂਆਂ 'ਤੇ ਲਗਾਇਆ ਜਾਂਦਾ ਸੀ, ਜਿਨ੍ਹਾਂ ਨੂੰ ਘਰਾਂ ਦੇ ਵਿੱਚ ਪਾਲਿਆ ਜਾਂਦਾ ਸੀ। ਮੌਤ 1316 ਵਿੱਚ ਅਲਾਊਦੀਨ ਖਿਲਜੀ ਦੀ ਮੌਤ ਤੋਂ ਬਾਅਦ ਮਲਿਕ ਕਾਫੂਰ ਨੇ ਦਿੱਲੀ ਸਲਤਨਤ ਦਾ ਤਖਤ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ। ਮੁਬਾਰਕ ਸ਼ਾਹ ਬਾਰੇ ਪੜ੍ਹਾਂਗੇ, ਜੋ ਖਿਲਜੀ ਵੰਸ਼ ਦਾ ਅਲਾਊਦੀਨ ਖਿਲਜੀ ਤੋਂ ਬਾਅਦ ਦਾ ਸ਼ਾਸਕ ਹੋਇਆ ਸੀ। ਅਲਾਊਦੀਨ ਖਿਲਜੀ ਦੇ 2 ਪੁੱਤਰ ਸਨ। ਵੱਡਾ ਪੁੱਤਰ ਕੁਤਬੁੱਦੀਨ ਮੁਬਾਰਕ ਸ਼ਾਹ, ਛੋਟਾ ਪੁੱਤਰ ਸ਼ਿਵਾਬੂਦੀਨ। ਅਗਲਾ ਸ਼ਾਸਕ ਜਨਵਰੀ 1316 ਵਿੱਚ ਅਲਾਊਦੀਨ ਦੀ ਮੌਤ ਤੋਂ ਬਾਅਦ ਸ਼ਿਵਾਬੂਦੀਨ ਦਿੱਲੀ ਸਲਤਨਤ ਦਾ ਅਗਲਾ ਸ਼ਾਸਕ ਬਣਿਆ। ਕਾਰਜਕਾਲ ਇਸ ਦਾ ਕਾਰਜਕਾਲ ਜਨਵਰੀ 1316 ਤੋਂ ਅਪ੍ਰੈਲ 1316 ਤੱਕ ਰਿਹਾ। ਸ਼ਿਵਾਬੂਦੀਨ ਅਲਾਊਦੀਨ ਦੇ ਮੁੱਖ ਸੈਨਾਪਤੀ ਮਲਿਕ ਕਾਫੂਰ ਦੇ ਸਹਿਯੋਗ ਨਾਲ ਦਿੱਲੀ ਸਲਤਨਤ ਦਾ ਸ਼ਾਸਕ ਬਣਿਆ ਸੀ, ਪਰੰਤੂ ਬਾਅਦ ਵਿੱਚ ਕੁਤਬੁੱਦੀਨ ਮੁਬਾਰਕ ਸ਼ਾਹ ਨੇ ਮਲਿਕ ਕਾਫੂਰ ਹਜ਼ਾਰ ਦੀਨਾਰੀ ਦੀ ਹੱਤਿਆ ਕਰ ਦਿੱਤੀ ਅਤੇ ਸ਼ਿਵਾਬੂਦੀਨ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਦਿੱਲੀ ਸਲਤਨਤ ਦਾ ਅਗਲਾ ਸ਼ਾਸਕ ਬਣਿਆ। ਇਸ ਤਰ੍ਹਾਂ ਆਪਾਂ ਨੇ ਦੇਖਿਆ ਕਿ ਕਿਵੇਂ ਅਲਾਊਦੀਨ ਖਿਲਜੀ ਦਾ ਪੁੱਤਰ ਮੁਬਾਰਕ ਸ਼ਾਹ ਗੱਦੀ 'ਤੇ ਬੈਠਾ, ਪਰ ਉਸਦੇ ਛੋਟੇ ਪੁੱਤਰ ਸ਼ਿਵਾਬੂਦੀਨ ਨੇ ਕੁਤਬੁੱਦੀਨ ਮੁਬਾਰਕ ਸ਼ਾਹ ਨੂੰ ਕਿਵੇਂ ਗੱਦੀ ਤੋਂ ਉਤਾਰ ਦਿੱਤਾ ਅਤੇ ਆਪ ਅਗਲਾ ਸ਼ਾਸਕ ਬਣ ਗਿਆ। ਹੁਣ ਆਪਾਂ ਕੁਤਬੁੱਦੀਨ ਮੁਬਾਰਕ ਸ਼ਾਹ ਬਾਰੇ ਪੜ੍ਹਾਂਗੇ। ਕੁਤਬੁੱਦੀਨ ਮੁਬਾਰਕ ਸ਼ਾਹ ਮਲਿਕ ਕਾਫੂਰ ਦੇ ਕਤਲ ਤੋਂ ਬਾਅਦ ਸ਼ਿਵਾਬੂਦੀਨ ਦਾ ਸਰਪ੍ਰਸਤ ਬਣਿਆ, ਪਰੰਤੂ ਥੋੜ੍ਹੇ ਸਮੇਂ ਬਾਅਦ ਮੁਬਾਰਕ ਸ਼ਾਹ ਨੇ ਆਪਣੇ ਭਰਾ ਨੂੰ ਅੰਨਾ ਕਰਵਾ ਦਿੱਤਾ ਅਤੇ ਬਾਅਦ ਵਿੱਚ ਉਸ ਦੀ ਹੱਤਿਆ ਵੀ ਕਰਵਾ ਦਿੱਤੀ। ਹੁਣ ਆਪਾਂ ਕੁਤਬੁੱਦੀਨ ਮੁਬਾਰਕ ਸ਼ਾਹ ਦੇ ਕਾਰਜਕਾਲ ਬਾਰੇ ਜਾਣਾਂਗੇ। ਉਸ ਦਾ ਕਾਰਜਕਾਲ 1216 ਤੋਂ 1220 ਤੱਕ ਰਿਹਾ। ਇਹ ਖਿਲਜੀ ਵੰਸ਼ ਦਾ ਅੰਤਿਮ ਸ਼ਾਸਕ ਸੀ। ਉਪਾਧੀ ਇਸਨੇ ਖਲੀਫ ਉਲ ਅਲਾ ਦੀ ਉਪਾਧੀ ਧਾਰਨ ਕੀਤੀ। ਸੁਲਤਾਨ ਬਣਨ ਤੋਂ ਬਾਅਦ ਮੁਬਾਰਕ ਸ਼ਾਹ ਨੇ ਆਪਣੇ ਪਿਤਾ ਅਲਾਊਦੀਨ ਖਿਲਜੀ ਦੁਆਰਾ ਲਗਾਏ ਗਏ ਭਾਰੀ ਕਰ ਅਤੇ ਜੁਰਮਾਨੇ ਮਾਫ਼ ਕਰ ਦਿੱਤੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕੈਦੀਆਂ ਨੂੰ ਵੀ ਰਿਹਾ ਕਰ ਦਿੱਤਾ। ਮੁਬਾਰਕ ਖਾਂ ਨੇ ਆਪਣਾ ਸਾਰਾ ਪ੍ਰਸ਼ਾਸਕ ਆਪਣੀ ਪ੍ਰੇਮਿਕਾ ਮੁਬਾਰਕ ਹਸਨ ਦੇ ਹੱਥਾਂ ਵਿੱਚ ਦੇ ਦਿੱਤਾ। ਮੁਬਾਰਕ ਹਸਨ ਦੀ ਰਾਜਨੀਤੀ ਨੂੰ ਦੇਖਦੇ ਹੋਏ ਸੁਲਤਾਨ ਮੁਬਾਰਕ ਸ਼ਾਹ ਨੇ ਉਸਨੂੰ ਖੁਸਰੋ ਖਾਨ ਦੀ ਉਪਾਧੀ ਦਿੱਤੀ। ਮੁਬਾਰਕ ਸ਼ਾਹ ਕਈ ਵਾਰ ਦਰਬਾਰ ਵਿੱਚ ਇਸਤਰੀਆਂ ਵਾਲੇ ਕੱਪੜੇ ਪਾ ਕੇ ਆਉਂਦਾ ਸੀ, ਪਰੰਤੂ ਕੁਝ ਮਹੀਨਿਆਂ ਵਿੱਚ ਮੁਬਾਰਕ ਸ਼ਾਹ ਦੇ ਸੈਨਾਪਤੀ ਖੁਸਰੋ ਖਾਨ ਨੇ ਮੁਬਾਰਕ ਸ਼ਾਹ ਦੀ ਹੱਤਿਆ ਕਰ ਦਿੱਤੀ ਅਤੇ ਨਸਰੂਦੀਨ ਦੀ ਉਪਾਧੀ ਧਾਰਨ ਕੀਤੀ। ਹੁਣ ਆਪਾਂ ਨਸਰੂਦੀਨ ਮੁਹੰਮਦ ਜਾਂ ਖੁਸਰੋ ਖਾਂ ਬਾਰੇ ਜਾਣਾਂਗੇ। ਇਸ ਦਾ ਟਾਈਮ ਪੀਰੀਅਡ 1320 ਤੱਕ ਹੀ ਸੀ। ਮੁਬਾਰਕ ਖਾਂ ਦੀ ਹੱਤਿਆ ਤੋਂ ਬਾਅਦ ਖੁਸਰੋ ਖਾਂ ਦਿੱਲੀ ਸਲਤਨਤ ਦਾ ਅਗਲਾ ਸ਼ਾਸਕ ਬਣਿਆ, ਪਰੰਤੂ ਜਦੋਂ ਖੁਸਰੋ ਖਾਂ ਨੇ ਗਾਜੀ ਮਲਿਕ ਅਤੇ ਉਸਦੇ ਪੁੱਤਰ ਫਖਰੂਦੀਨ ਜੋਨਾ ਦੇ ਖਿਲਾਫ ਵਿਦਰੋਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗਾਜੀ ਮਲਿਕ ਨੇ ਖੁਸਰੋ ਖਾਂ ਦੀ ਹੱਤਿਆ ਕਰ ਦਿੱਤੀ। ਇਸ ਤਰ੍ਹਾਂ ਖੁਸਰੋ ਖਾਂ ਦੀ ਹੱਤਿਆ ਦੇ ਨਾਲ ਦਿੱਲੀ ਸਲਤਨਤ ਦੇ ਖਿਲਜੀ ਵੰਸ਼ ਦਾ ਹਮੇਸ਼ਾ ਲਈ ਅੰਤ ਹੋ ਗਿਆ ਅਤੇ ਗਾਜੀ ਮਲਿਕ ਨੇ ਤੁਗਲਕ ਵੰਸ਼ ਦੀ ਸਥਾਪਨਾ ਕਰ ਦਿੱਤੀ ਸੀ। ਹਾਂਜੀ, ਇਸ ਤਰ੍ਹਾਂ ਆਪਾਂ ਇਸ ਵੀਡੀਓ ਵਿੱਚ ਖਿਲਜੀ ਵੰਸ਼ ਅਤੇ ਉਸਦੇ ਸ਼ਾਸਕਾਂ ਬਾਰੇ ਇੱਕ ਇੱਕ ਕਰਕੇ ਸਾਰੀ ਜਾਣਕਾਰੀ ਹਾਸਿਲ ਕੀਤੀ। ਆਪਾਂ ਇਸ ਵੀਡੀਓ ਵਿੱਚ ਖਿਲਜੀ ਵੰਸ਼ ਦੇ ਸ਼ਾਸਕਾਂ ਦੇ ਕੰਮਾਂ, ਸ਼ਾਸਨ ਪ੍ਰਬੰਧ ਅਤੇ ਲੜਾਈਆਂ ਬਾਰੇ ਵੀ ਜਾਣਿਆ। ਇਸੇ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਐਗਜ਼ਾਮ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਅਤੇ ਵਿਜ਼ਿਟ ਕਰੋ ਅਤੇ ਲਾਸਟ ਵਿੱਚ ਜੇ ਤੁਹਾਨੂੰ ਮੇਰਾ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ। ਥੈਂਕ ਯੂ।